ਹੈਲੋ ਫਰੈਂਡਸ, ਜਿਵੇਂ ਕਿ ਤੁਹਾਨੂੰ ਯਾਦ ਹੋਏਗਾ ਕਿ ਪਿਛਲੇ ਲੈਕਚਰ ਦੇ ਵਿੱਚ ਆਪਾਂ ਗੱਲ ਕੀਤੀ ਸੀ ਕੰਬੀਨੇਸ਼ਨ ਆਫ ਰੈਜ਼ਿਸਟਰਸ ਬਾਰੇ। ਕੰਬੀਨੇਸ਼ਨ ਦੇ ਵਿੱਚ ਆਪਾਂ ਦੋ ਤਰ੍ਹਾਂ ਦੀਆਂ ਕੰਬੀਨੇਸ਼ਨਸ ਪੜ੍ਹੀਆਂ ਸੀ। ਇੱਕ ਤਾਂ ਸੀ ਕੰਬੀਨੇਸ਼ਨ ਮੀਨਸ ਕੰਬੀਨੇਸ਼ਨ ਆਫ ਰੈਜ਼ਿਸਟਰਸ ਇਨ ਸੀਰੀਜ਼, ਔਰ ਦੂਸਰੀ ਸੀ ਕੰਬੀਨੇਸ਼ਨ ਆਫ ਰੈਜ਼ਿਸਟਰਸ ਇਨ ਪੈਰਲਲ। ਸੋ ਦੋਨੋਂ ਕੰਬੀਨੇਸ਼ਨਸ ਪੜ੍ਹਨ ਤੋਂ ਬਾਅਦ ਆਪਾਂ ਉਹਦੇ ਨਾਲ ਰਿਲੇਟਡ ਨਿਊਮੈਰੀਕਲ ਕੀਤੇ। ਹੁਣ ਆਪਾਂ ਅੱਗੇ ਵੱਲ ਵਧਦੇ ਹਾਂ। ਆਪਣਾ ਨੈਕਸਟ ਟੌਪਿਕ ਹੈ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਹੁਣ ਜਿਵੇਂ ਕਿ ਆਪਾਂ ਪਹਿਲਾਂ ਵੀ ਪੜ੍ਹਿਆ ਹੈ ਕਿ ਸੈੱਲ ਜਾਂ ਫਿਰ ਬੈਟਰੀ ਮੀਨਸ ਕੰਬੀਨੇਸ਼ਨ ਆਫ ਸੈਲਸ, ਉਹ ਕੀ ਹਨ? ਦੇ ਆਰ ਸੋਰਸਿਸ ਆਫ ਇਲੈਕਟ੍ਰੀਕਲ એનર્ਜੀ, ਮੀਨਸ ਜਿਨ੍ਹਾਂ ਤੋਂ ਆਪਾਂ ਨੂੰ ਇਲੈਕਟ੍ਰੀਕਲ એનર્ਜੀ ਮਿਲਦੀ ਹੈ। ਸੋ ਉਹਨਾਂ ਦੇ ਵਿੱਚ ਕੀ ਹੁੰਦਾ ਹੈ? ਸੈੱਲ ਦੇ ਵਿੱਚ ਜਿਹੜੀ ਕੈਮੀਕਲ ਰਿਐਕਸ਼ਨ ਹੋ ਰਹੀ ਹੁੰਦੀ ਹੈ, ਸੋ ਕੈਮੀਕਲ ਰਿਐਕਸ਼ਨ ਕਰਕੇ ਸੈੱਲ ਦੇ ਦੋਨੋਂ ਟਰਮੀਨਲਸ ਦੇ ਉੱਪਰ ਕੀ ਹੈ? ਪੋਟੈਂਸ਼ੀਅਲ ਡਿਫਰੈਂਸ ਕੀ ਹੈ? ਡਿਵੈਲਪ ਹੁੰਦਾ ਹੈ। ਸੋ ਦੋਨੋਂ ਟਰਮੀਨਲਸ ਦੇ ਉੱਪਰ ਜਿਹੜਾ ਪੋਟੈਂਸ਼ੀਅਲ ਡਿਫਰੈਂਸ ਡਿਵੈਲਪ ਹੁੰਦਾ ਹੈ ਉਹਨੂੰ ਹੀ ਆਪਾਂ ਯੂਜ਼ ਕਰਵਾਉਂਦੇ ਹਾਂ ਫॉर द ਚਾਰਜ ਟੂ ਫਲੋ। ਮਤਲਬ ਉਸ ਪੋਟੈਂਸ਼ੀਅਲ ਡਿਫਰੈਂਸ ਦੇ ਡਿਵੈਲਪ ਹੋਣ ਕਰਕੇ ਉਸ ਟਰਮੀਨਲਸ ਦੇ ਉੱਪਰ ਕੀ ਹੈ? ਜਿਹੜਾ ਚਾਰਜ ਹੈ ਉਹ ਫਲੋ ਕਰਦਾ ਹੈ। ਚਾਰਜ ਦੇ ਫਲੋ ਹੋਣ ਦਾ ਕੀ ਮਤਲਬ ਹੈ? ਕਿ ਕਰੰਟ ਕੀ ਹੈ ਆਪਣਾ मूव करना स्टार्ट हो गया है थ्रू एनी कंडक्टर या फिर थ्रू एनी रजिस्टर और एनी कॉम्बीनेशन ऑफ रजिस्टर्स। सो उस तो बाद ਆਪਾਂ ਇਹ ਗੱਲ ਕੀਤੀ ਸੀ ਪਿਛਲੇ ਲੈਕਚਰਸ ਦੇ ਵਿੱਚ ਕਿ ਸੈੱਲ ਨੂੰ ਕੰਮ ਕਰਦੇ ਰਹਿਣ ਦੇ ਲਈ ਜਾਂ ਫਿਰ ਸਰਕਟ ਦੇ ਵਿੱਚ ਕੀ ਹੈ? ਕਰੰਟ ਕਦੋਂ ਤੱਕ ਰਹੇਗਾ? ਜਦੋਂ ਤੱਕ ਕੀ ਹੈ ਉਹਦੀ એનર્ਜੀ, ਸੈੱਲ ਦੀ એનર્ਜੀ ਉਹਦੇ ਤੱਕ ਰਹੇਗੀ, ਉਹਦੇ ਵਿੱਚ ਰਹੇਗੀ। ਸੋ ਸੈੱਲ ਕੰਟੀਨਿਊਸਲੀ ਆਪਣੀ ਜੋ ਕੈਮੀਕਲ એનર્ਜੀ ਹੈ ਉਹਨੂੰ ਕੀ ਹੈ? ਯੂਜ਼ ਕਰਦਾ ਰਹਿੰਦਾ ਹੈ, ਐਕਸਪੈਂਡ ਕਰਦਾ ਰਹਿੰਦਾ ਹੈ। ਸੋ ਜਿਹੜੀ એનર્ਜੀ ਯੂਜ਼ ਹੋ ਰਹੀ ਹੈ, ਜਿਹੜੀ ਕੈਮੀਕਲ એનર્ਜੀ ਐਕਸਪੈਂਡ ਹੋ ਰਹੀ ਹੈ, ਉਹ ਸਾਰੀ એનર્ਜੀ ਕਿੱਥੇ ਜਾ ਰਹੀ ਹੈ? ਸੋ ਆਪਾਂ ਉਹ ਗੱਲ ਹੁਣ ਕਰਾਂਗੇ। ਸੋ ਕੁਝ ਪਾਰਟ ਉਸ એનર્ਜੀ ਦਾ ਕੀ ਹੈ? ਉਹ ਯੂਜ਼ ਹੋ ਰਿਹਾ ਹੈ ਟੂ ਮੇਨਟੇਨ ਦ ਕਰੰਟ ਇਨ ਦ ਸਰਕਟ, ਪਲੱਸ ਉਹਦੇ ਨਾਲ ਕੀ ਹੈ ਕਿ ਕੁਝ ਐਕਸਟਰਾ ਯੂਜ਼ਫੁਲ ਵਰਕ ਡਨ ਹੋ ਰਿਹਾ ਹੈ। ਮੰਨ ਲਓ ਜਿਵੇਂ ਫੈਨ ਦੀ ਐਗਜ਼ਾਮਪਲ ਲੈ ਲਈਏ। ਇਲੈਕਟ੍ਰਿਕ ਫੈਨ ਦੇ ਵਿੱਚ ਕੀ ਹੈ? ਯੂਜ਼ਫੁਲ ਵਰਕ ਡਨ ਕਿਹੜਾ ਹੋ ਰਿਹਾ ਹੈ? ਜਿਹੜੇ ਉਹਦੇ ਬਲੇਡਸ ਨੇ ਫੈਨ ਦੇ, ਉਹ ਨਾਲ ਰੋਟੇਟ ਹੋ ਰਹੇ ਹਨ। ਸੋ ਕੁਝ ਪਾਰਟ ਆਫ એનર્ਜੀ ਕਿੱਧਰ ਯੂਜ਼ ਹੋ ਰਿਹਾ ਹੈ? ਫॉर ਸਮ ਯੂਜ਼ਫੁਲ ਵਰਕ। ਕੁਝ ਪਾਰਟ ਆਫ એનર્ਜੀ ਕਿੱਧਰ ਯੂਜ਼ ਹੋ ਰਿਹਾ ਹੈ? ਸੋ ਇਲੈਕਟ੍ਰਿਕ ਕਰੰਟ ਦਾ ਫਲੋ ਹੋ ਹੀ ਰਿਹਾ ਹੈ, ਉਹਦੇ ਨਾਲ ਆਪਾਂ ਕੀ ਗੱਲ ਕਰ ਰਹੇ ਹਾਂ ਕਿ ਇੱਕ ਯੂਜ਼ਫੁਲ ਵਰਕ ਹੋ ਰਿਹਾ ਹੈ, ਪਲੱਸ ਉਹਦੇ ਨਾਲ ਕੀ ਹੋ ਰਿਹਾ ਹੈ ਕਿ ਕੁਝ ਪਾਰਟ ਆਫ એનર્ਜੀ ਕੀ ਹੈ? ਦੈਟ ਇਜ਼ ਯੂਜ਼ਡ ਇਨ, ਮਤਲਬ ਉਹ ਐਕਸਪੈਂਡ ਹੋ ਰਹੀ ਹੈ ਹੀਟ ਦੇ ਵਿੱਚ। ਹੀਟ ਮਤਲਬ ਉਹਦੇ ਨਾਲ ਕੀ ਹੈ? ਕੰਡਕਟਰ ਦੇ ਵਿੱਚ ਕੀ ਹੈ? ਹੀਟਿੰਗ ਇਫੈਕਟ ਆ ਰਿਹਾ ਹੈ, ਮੀਨਸ ਕੰਡਕਟਰ ਕੀ ਹੈ? ਹੀਟ ਅਪ ਹੋ ਰਿਹਾ ਹੈ। ਸੋ ਜੋ એનર્ਜੀ ਹੈ ਉਹ ਇਸ ਤਰ੍ਹਾਂ ਕੀ ਹੈ? ਦੋ ਤਰੀਕਿਆਂ ਦੇ ਨਾਲ ਯੂਜ਼ ਹੋ ਰਹੀ ਹੈ। ਅਗਰ ਆਪਾਂ ਗੱਲ ਕਰੀਏ ਇੱਕ ਸਰਕਟ ਦੀ, ਪਿਓਰਲੀ ਰੈਜ਼ਿਸਟਿਵ ਸਰਕਟ। ਪਿਓਰਲੀ ਰੈਜ਼ਿਸਟਿਵ ਸਰਕਟ ਮੀਨਸ ਜਿਹਦੇ ਵਿੱਚ ਆਪਾਂ ਕੀ ਹੈ? ਰੈਜ਼ਿਸਟਰਸ ਲਈ ਹਨ, ਕੰਬੀਨੇਸ਼ਨ ਆਫ ਰੈਜ਼ਿਸਟਰਸ ਲਿਆ ਹੈ, ਡਾਇਰੈਕਟਲੀ ਰੈਜ਼ਿਸਟਰਸ ਨੂੰ ਆਪਾਂ ਇੱਕ ਬੈਟਰੀ ਦੇ ਨਾਲ ਜੁਆਇਨ ਕੀਤਾ ਹੈ। ਦੈਨ ਇਨ ਦੈਟ ਕੇਸ ਜਿਹੜੀ ਆਪਣੀ એનર્ਜੀ ਯੂਜ਼ ਹੋ ਰਹੀ ਹੈ, ਜੋ ਇਲੈਕਟ੍ਰੀਕਲ ਸੋਰਸ ਤੋਂ ਆਪਾਂ ਨੂੰ ਜਿਹੜੀ એનર્ਜੀ ਮਿਲ ਰਹੀ ਹੈ, ਸੋਰਸ ਮੀਨਸ ਸੈੱਲ ਜਾਂ ਬੈਟਰੀ, ਜੋ ਆਪਾਂ ਨੂੰ ਇਲੈਕਟ੍ਰੀਕਲ એનર્ਜੀ ਮਿਲ ਰਹੀ ਹੈ, ਉਹ ਸਾਰੀ ਦੀ ਸਾਰੀ એનર્ਜੀ ਕੀ ਹੋਏਗੀ? ਦੈਟ ਵਿਲ ਬੀ ਡਿਸਿਪੇਟਡ इन द रजिस्टर सारी एनर्जी डिसिपेट हो रही है, और किस फॉर्म च डिसिपेट हो रही है? इन द फॉर्म ऑफ हीट। सो एक बार फिर रिपीट कर रही हाँ कि आप की है कॉम्बीनेशन ऑफ रजिस्टर्स लिया, मीनस कॉम्बीनेशन के विच की है एक तो ज़्यादा रजिस्टर्स नूं ज्वाइन किया, या एक भी हो सकता है उन्होंने आप बाहरों की है वोल्टेज सोर्स के नाल ज्वाइन किया, बैटरी के नाल ज्वाइन किया। दैन उहदे विच की होएगा जिहड़ी एनर्जी है, इलैक्ट्रिकल एनर्जी है, दैट विल गेट डिसिपेटेड, मीनस खत्म हो रही है, घट रही है या यूज़ हो रही है, सारी दी सारी एनर्जी डिसिपेट हो जाएगी इन द रजिस्टर। और किस फॉर्म दे विच डिसिपेट हो रही है या ख़त्म हो रही है? इन द फॉर्म ऑफ हीट। एंड दिस इफेक्ट इज़ कॉल्ड हीटिंग इफेक्ट ऑफ इलैक्ट्रिक करंट। सो तो की पता लग रहा है कि जो भी करंट फ्लो कर रहा है किसी कंडक्टर के थ्रू, दैन ਉਹਦੇ ਵਿੱਚ ਕੀ ਹੈ? ਨਾਲ ਦੀ ਨਾਲ ਕੀ ਹੈ? ਹੀਟਿੰਗ ਇਫੈਕਟ ਵੀ ਪ੍ਰੋਡਿਊਸ ਹੁੰਦਾ ਹੈ। ਹੀਟਿੰਗ ਇਫੈਕਟ ਆਪਾਂ ਦੇਖ ਸਕਦੇ ਹਾਂ ਆਪਣੇ ਆਸ-ਪਾਸ, ਕਾਫੀ ਐਗਜ਼ਾਮਪਲਸ ਹਨ, ਜਿਵੇਂ ਕਿ ਇਲੈਕਟ੍ਰਿਕ ਆਇਰਨ ਹੈ ਜੋ ਪ੍ਰੈਸ ਹੈ, ਉਹਦੇ ਵਿੱਚ ਵੀ ਕੀ ਹੈ? ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਯੂਜ਼ ਹੋ ਰਿਹਾ ਹੈ, ਦੈਟ ਕੀ ਡਿਊ ਟੂ ਦ ਪੈਸੇਜ ਆਫ ਕਰੰਟ ਦੇ ਪਾਸ ਹੋਣ ਦੇ ਨਾਲ ਕੀ ਹੈ ਵਿੱਚ ਹੀਟਿੰਗ ਇਫੈਕਟ ਪ੍ਰੋਡਿਊਸ ਹੋ ਰਿਹਾ ਹੈ। ਜਾਂ ਫਿਰ ਕਿਚਨਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਟੋਸਟਰਸ ਯੂਜ਼ ਕਰਦੇ ਹਾਂ, ਉਹਦੇ ਵਿੱਚ ਵੀ ਕੀ ਹੈ? ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਯੂਜ਼ ਹੋ ਰਿਹਾ ਹੈ। ਸੋ ਇਸੇ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਹੁਣ ਆਪਾਂ ਅੱਗੇ ਦੀ ਗੱਲ ਕਰੀਏ। ਹੁਣ ਮੈਂ ਇੱਥੇ ਇੱਕ ਸਰਕਟ ਲੈਣ ਜਾ ਰਹੀ ਹਾਂ। ਸੋ ਸਭ ਤੋਂ ਪਹਿਲੇ ਸੈੱਲ ਜਾਂ ਬੈਟਰੀ ਲੈ ਸਕਦੇ ਹਾਂ। ਸੋ ਅਗਰ ਸੈੱਲ ਲੈਣਾ ਹੋਵੇ, ਓਨਲੀ ਵਨ ਸੈੱਲ ਮੀਨਸ ਪਲੱਸ ਐਂਡ ਮਾਈਨਸ ਦੋਨੋਂ ਟਰਮੀਨਲ ਸ਼ੋ ਕੀਤੇ। ਦੈਨ ਕੀ ਨਾਲ ਕੀ ਸ਼ੋ ਕਰਾਂਗੇ? ਐਮੀਟਰ। ਸੋ ਅਗਰ ਐਮੀਟਰ ਇੱਥੇ ਜੁਆਇਨ ਕਰਨਾ ਹੈ, ਦੈਨ ਨੈਗੇਟਿਵ, ਇੱਧਰ ਵੀ ਕਿਹੜਾ ਟਰਮੀਨਲ ਆਏਗਾ? ਨੈਗੇਟਿਵ। ਦੈਨ ਦੂਸਰੀ ਸਾਈਡ ਪੋਜ਼ਿਟਿਵ। ਸੋ मान लो बिटवीन x एंड y पॉइंट्स मैं एक रजिस्टर प्लेस किया है, और उस तो बाद सर्किट कंप्लीट। यदि रेजिस्टेंस इफ दिस इज़ कैपिटल R, और नाल दी नाल इत्थे की है एक वोल्ट मीटर अटैच कर रही हाँ, दैट इज़ इन पैरलल। ये सीरीज़ दे विच है, वोल्ट मीटर नूं मैं पैरलल विच ज्वाइन कर रही हाँ अबाउट द टू टर्मिनल्स ऑफ दिस रजिस्टर। दैन ये टर्मिनल्स भी शो करांगे, प्लस
सो इतने प्लस देन माइनस और लास्ट डायरेक्शन ऑफ करंट अगेन फ्रॉम पॉजिटिव टर्मिनल ऑफ बैटरी टू नेगेटिव टर्मिनल करंट आई नाल दी नाल इत्थे भी शो करांगे और इस तरह की है क्लोज्ड पाथ ऑफ करंट। सो हुण आपां ये सर्किट कंसीडर कीता है प्योरली रेजिस्टिव सर्किट। लेट हुण जिवें कि मैं शो भी कीता है आई की है, आई इज़ द करंट फ्लोइंग थ्रू द सर्किट एंड रेजिस्टेंस उन्होंने मैं लिया है कैपिटल आर। सो कैपिटल आर की है रेजिस्टेंस ऑफ द रेजिस्टर और सपोज द पोटेंशियल डिफरेंस अक्रॉस द एंड्स ऑफ द रेजिस्टर ओ की है कैपिटल वी। सो कैपिटल वी की है दैट इज पोटेंशियल डिफरेंस। सो पोटेंशियल डिफरेंस अक्रॉस द एंड्स ऑफ रेजिस्टर दैट मीन्स एट एक्स वाई। देन अगर आप कंसिडर करिए कि इन टाइम टी स्मॉल टी यूज़ किया क्यू अमाउंट ऑफ चार्ज की है फ्लो कर रहा है कैपिटल क्यू। सो दिस इज अमाउंट ऑफ चार्ज ओके। सो टी टाइम दे विच कैपिटल क्यू अमाउंट ऑफ चार्ज की है सर्किट के थ्रू फ्लो कर रहा है। और अगर आप वर्क डन कैलकुलेट करना हो वर्क डन इन कैरिंग क्यू अमाउंट ऑफ चार्ज फ्रॉम वन पॉइंट टू अनदर दैन वर्क डन का की फॉर्मूला है वर्क डन विल बी गिवन बाय इट विल बी इक्वल टू वी इंटू क्यू। ये क्यों? सो थोनू याद होएगा कि आप गल की सी पोटेंशियल डिफरेंस दी। पोटेंशियल डिफरेंस आप लिखा सी वर्क डन ओवर चार्ज। सो उतो ही मैं ये चीज़ लिखी है कि वर्क डन कितना आएगा दैट विल बी पोटेंशियल डिफरेंस अक्रॉस द एंड्स मल्टीप्लाई बाय द चार्ज। सो नाल की लिखांगे वर्क डन इन कैरिंग क्यू अमाउंट ऑफ चार्ज फ्रॉम वन पॉइंट टू अनदर अक्रॉस द पोटेंशियल डिफरेंस ऑफ कैपिटल वी। सो ये है वर्क डन और एनर्जी ਨੂੰ ਆਪਾਂ ਕੀ ਲੈਂਦੇ ਹਾਂ ਇਕੁਇਵਲੈਂਟ ਬੋਲਦੇ ਹਾਂ। ਸੋ ਵਰਕ ਡਨ ਤੋਂ ਮੈਂ ਇਹ ਲਿਖ ਸਕਦੀ ਹਾਂ ਕਿ ਜੋ ਆਪਾਂ ਬਾਹਰੋਂ ਸੋਰਸ ਅਟੈਚ ਕਰ ਰਹੇ ਹਾਂ ਉਹਨੂੰ ਕਿੰਨੀ ਇਲੈਕਟ੍ਰੀਕਲ એનર્ਜੀ ਪ੍ਰੋਵਾਈਡ ਕਰਨੀ ਪਏਗੀ ਟੂ ਦਾ ਸਰਕਟ ਉਹ ਕਿਹਦੇ ਬਰਾਬਰ ਹੋਏਗੀ ਜਿੰਨਾ ਵਰਕ ਡਨ ਲਿਖਿਆ ਹੈ। ਸੋ ਇਲੈਕਟ੍ਰੀਕਲ એનર્ਜੀ provided by the source to the circuit in time कितना टाइम है small t in time small t that will be equal to same amount। so मैं लिख रही हूँ v into q ओके। सो ये आ गई अपने को इलैक्ट्रिकल एनर्जी तो बाद अगर आप पार की गल करनी होवे सो इलैक्ट्रिकल पार इनपुट दा मीन्स जो सोर्स है सोर्स ਨੂੰ कितनी पार की है सप्लाई करनी पड़ेगी टू द सर्किट। सो इलैक्ट्रिकल पार इनपुट पार इज गिवन बाय द रेट ऑफ डूइंग वर्क लिखते हैं आप या फिर रेट ऑफ एनर्जी। सो टाइम रेट ऑफ एनर्जी। सो मैं की करांगी जो ऊपर एनर्जी लिखी है इलैक्ट्रिकल एनर्जी इनू मैं की करांगी डिवाइड करांगी विद टाइम मतलब जिन्ने टाइम दे विच अपना क्यू अमाउंट ऑफ चार्ज फ्लो होया सी। सो अपने कोल पार कितनी आ जाएगी v इंटू क्यू ओवर स्मॉल टी। सो एक ही है पार। ऑल्सो इनू आप इस तरह भी लिख सकते हैं कैपिटल V क्यू ओवर टी। सो तुहानू याद होएगा कि क्यू ओवर टी नू आपां किहड़ी क्वांटिटी बोलते हैं चार्ज फ्लोइंग पर यूनिट टाइम उन्होंने आप बोलते हैं करंट इलैक्ट्रिक करंट। सो अपने कोल ये आ जाएगा कैपिटल I। सो जो करंट की है सर्किट दे विच फ्लो कर रहा है। सो इलैक्ट्रिकल पावर इनपुट मतलब सोर्स ਨੂੰ कितनी पावर सप्लाई करनी पएगी टू द सर्किट। सो दैट इज़ V इंटू I। सो पावर तो बाद अगेन आप इलैक्ट्रिकल एनर्जी अगर आप दोबारा लिखनी होवे इन अदर वर्ड्स इलैक्ट्रिकल एनर्जी is given by the product of power and time taken। so electrical energy will be equal to power multiply by time। ये किस तरह है बिकॉज अपन पता है पावर की होंगी है एनर्जी ओवर टाइम टेकन। सो आप लिख सकते हैं इलैक्ट्रिकल एनर्जी इज इक्वल्स टू पावर इनटू टाइम। सो अपने को की बन जाएगा पावर की वैल्यू अगर आप वी आई यूज़ कर रहे हैं सो वी कैपिटल आई इंटू टाइम की है स्मॉल टी। अपने को किस चीज़ की वैल्यू आई है इलैक्ट्रिकल एनर्जी जिन्नी की सोर्स को सप्लाई करनी पएगी टू द सर्किट सो दैट की है अपना क्यू अमाउंट ऑफ चार्ज की है फ्लो करें इन टाइम टी।
ਸੋ ਆਪਣੇ ਕੋਲ ਵੈਲਿਊ ਆਈ ਇਲੈਕਟ੍ਰੀਕਲ એનર્ਜੀ VIT। ਸੋ ਇੰਨੀ એનર્ਜੀ ਕੀ ਹੈ ਜੋ ਸੋਰਸ ਹੈ ਉਹ ਸਪਲਾਈ ਕਰ ਰਿਹਾ ਹੈ। ਸੋ ਹੋ ਕੀ ਰਿਹਾ ਹੈ ਐਕਚੁਅਲ ਦੇ ਵਿੱਚ, ਇਹ ਸਾਰੀ ਦੀ ਸਾਰੀ એનર્ਜੀ ਕਿੱਧਰ ਜਾ ਰਹੀ ਹੈ, ਜਿਵੇਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਸਾਰੀ ਦੀ ਸਾਰੀ એનર્ਜੀ ਕੀ ਹੈ ਰੈਜ਼ਿਸਟਰ ਦੇ ਵਿੱਚ ਕੀ ਹੈ ਡਿਸੀਪੇਟ ਹੋ ਰਹੀ ਹੈ ਇਨ ਦਾ ਫਾਰਮ ਆਫ ਹੀਟ। ਸੋ ਜੋ એનર્ਜੀ ਹੈ ਮੈਂ ਇਹਨੂੰ ਇਨ ਦਾ ਫਾਰਮ ਆਫ ਹੀਟ ਅਗਰ ਲਿਖਣਾ ਹੋਵੇ ਦੈਨ ਮੈਂ ਕੀ ਲਿਖਾਂਗੀ, ਦ ਹੀਟ ਪ੍ਰੋਡਿਊਸਡ ਇਨ ਦ ਰੈਜ਼ਿਸਟਰ। ਸੋ ਉਹਦੀ ਵੈਲਿਊ ਵੀ ਆਪਣੇ ਕੋਲ ਕਿੰਨੀ ਆਏਗੀ, V × I × T, ਬਿਕੋਜ਼ ਜਿੰਨੀ એનર્ਜੀ ਆਪਾਂ ਸਪਲਾਈ ਕਰ ਰਹੇ ਹਾਂ ਸੋ ਇਨ ਪਿਓਰਲੀ ਰੈਜ਼ਿਸਟਿਵ ਸਰਕਟ ਸਾਰੀ ਦੀ ਸਾਰੀ ਉਹ ਸੋਰਸ એનર્ਜੀ ਜਿਹੜੀ ਹੁੰਦੀ ਹੈ ਸਾਰੀ ਡਿਸੀਪੇਟ ਹੋ ਜਾਂਦੀ ਹੈ ਇਨ ਦਾ ਫਾਰਮ ਆਫ ਹੀਟ। ਸੋ ਦੈਟ ਇਜ਼ ਵਾਈ ਹੁਣ ਮੈਂ ਇਹਨੂੰ ਲਿਖਾਂਗੀ ਦ ਹੀਟ produced या heat generated in the resistor। so heat generated ਨੂੰ ਮੈਂ ਲਿਖ ਰਹੀ ਹਾਂ ਕੈਪੀਟਲ H ਦੇ ਨਾਲ, that will be equal to V × I × T। so ਆਪਣੇ ਕੋਲ ਕੀ ਹੈ ਇੱਕ heat produced ਜਾਂ heat generated ਦਾ ਫਾਰਮੂਲਾ ਆ ਗਿਆ, that is V × I × T। ਅਗਰ ਇਹਨੂੰ ਆਪਾਂ ਦੂਸਰੀ ਟਰਮਸ 'ਚ ਲਿਖਣਾ ਹੋਵੇ, ਸੋ ਅਗਰ ਇੱਥੇ ਮੈਂ ਓਮਸ ਲਾਅ ਅਪਲਾਈ ਕਰਾਂ, so according to Ohm's law we know V is equal to I × R। so अगर V ਨੂੰ ਮੈਂ substitute ਕਰਾਂ ਇੱਥੇ, so capital H will be equal to IR × IT। so ਇਹ ਬਣ ਰਿਹਾ ਹੈ ਆਪਣੇ ਕੋਲ I² RT। so ਆਪਣੇ ਕੋਲ ਫਾਰਮੂਲਾ ਆਇਆ heat generated in any conductor ਜਾਂ resistor is equal to H² RT। और इसी चीज़ को आप बोलते हैं, दिस इज कॉल्ड जूल्स लॉ ऑफ हीटिंग। जूल्स लॉ ऑफ हीटिंग सो एक बहुत इंपॉर्टेंट लॉ है। सो ये थ्रू अपन की पता लग रहा है कि अगर किसी कंडक्टर के थ्रू करंट पास कर रहा है दैन उस कंडक्टर के कितनी हीट प्रोड्यूस होएगी, कितनी अमाउंट ऑफ हीट प्रोड्यूस होएगी, दैट इज इक्वल टू I² I मतलब करंट, R रेजिस्टेंस उस कंडक्टर दी इनटू टाइम मीनस कितने टाइम के लिए आप करंट पास करवा रहे हैं। सो एक बहुत इंपॉर्टेंट की है लॉ है, दैट इज कॉल्ड जूल्स लॉ ऑफ हीटिंग। प्लस ये तो अपन की क्लीयर हो रहा है कि जो हीट प्रोड्यूस होएगी किहड़ियां चीज़ों पर डिपेंड कर रही है, 3 चीज़ों पर डिपेंड कर रही है। सो अगर लिखना हो, सो जूल्स लॉ ऑफ हीटिंग दे विच वी कैन राइट इट स्टेट्स दैट द हीट प्रोड्यूस्ड इन एनी कंडक्टर इज़ डायरेक्टली प्रोपोर्शनल टू, बिकॉज बिल्कुल सामने लिखा हुआ है, नीचे रेसिप्रोकल्स नहीं है, सो डिनोमिनेटर्स नहीं है कोई चीज़। सो आप लिखेंगे हीट प्रोड्यूस्ड इज़ डायरेक्टली प्रोपोर्शनल टू द स्क्वायर ऑफ द करंट फॉर अ गिवन रेजिस्टेंस। सो पहला पॉइंट क्या आएगा, सो हीट जनरेटेड, सो H की है, सो सिंपली मैं साइन यूज़ कर रही हूँ डायरेक्टली प्रोपोर्शनल दा, डायरेक्टली प्रोपोर्शनल टू स्क्वायर ऑफ करंट फॉर गिवन रेजिस्टेंस। सेकेंडली किस चीज़ पे डिपेंड कर रहा है, दैट इज अगेन डायरेक्टली प्रोपोर्शनल टू रेजिस्टेंस ऑफ द कंडक्टर एंड थर्डली की आएगा दैट इज T, सो ऑल्सो डायरेक्टली प्रोपोर्शनल टू टाइम फॉर विच करंट flows through the circuit। so ये सी अपना जूल्स लॉ ऑफ हीटिंग। सो अपने कुल की आया था हीट प्रोड्यूस दैट इज डायरेक्टली प्रोपोर्शनल टू द स्क्वायर ऑफ करंट फॉर गिवन रेजिस्टेंस, I² डायरेक्टली प्रोपोर्शनल टू रेजिस्टेंस ऑफ द कंडक्टर एंड डायरेक्टली प्रोपोर्शनल टू टाइम फॉर विच द करंट फ्लोज थ्रू द सर्किट। सो ये नाल की अपना ये लॉ की है इत्थे खत्म हो रहा है। सो हीटिंग इफेक्ट ऑफ इलैक्ट्रिक करंट दे विच आपां की गल कीती कि हीटिंग इफेक्ट की है, प्लस ਉਹਦੇ ਵਿੱਚ एक लॉ पढ़िया दैट इज़ जूल्स लॉ ऑफ हीटिंग। सो हम आप अगे चलते हैं। इस तो बाद नैक्सट आप गल करांगे इस तो बाद कुछ प्रैक्टिकल एप्लीकेशनस दी। प्रैक्टिकल एप्लीकेशनस किस चीज़ दियाँ, जूल्स लॉ दियाँ, मीनस जो आप हुण इत्थे लॉ पढ़िया है जूल्स लॉ ऑफ हीटिंग। सो प्रैक्टिकली मीनस आप किहड़े अपनी एवरीडे लाइफ दे विच कित्थे कित्थे इहनूं देखते हैं। सो आप कुछ प्रैक्टिकल एप्लीकेशनस पढ़ांगे 1 बाय 1। हुण जिवें कि आप पढ़िया कि किसी कंडक्टर के थ्रू करंट पास हो रहा है, करंट पास होने के नाल की है ਉਹਦੇ ਵਿੱਚ हीटिंग इफेक्ट की है, हीटिंग इफेक्ट होएगा। सो ਉਹਦੇ की है थोड़ी हीट प्रोड्यूस होएगी। कुछ केसेस ਦੇ ਵਿੱਚ ਕੀ ਹੁੰਦਾ ਹੈ कि ਇਹ इफेक्ट की है अनडिजायरेबल है, बिकॉज ਆਪਾਂ ਨੂੰ ਨਹੀਂ ਚਾਹੀਦਾ कि ਜਿਹੜੀ ਆਪਣੀ यूजफुल इलैक्ट्रिकल एनर्जी है वो कित्थे यूज़ हो जाए, हीट प्रोड्यूस ਕਰਨ ਦੇ ਵਿੱਚ यूज़ हो जाए। सो मोस्ट ऑफ द टाइम की है अनडिजायरेबल ही ਹੁੰਦਾ है, बिकॉज ਇਹਦੇ ਨਾਲ ਕੀ ਹੋ ਸਕਦਾ है
ਕਿ ਜੋ ਹੀਟਿੰਗ ਇਫੈਕਟ ਪ੍ਰੋਡਿਊਸ ਹੋ ਰਿਹਾ ਹੈ, ਹੀਟਿੰਗ ਦੇ ਨਾਲ ਕੀ ਹੋ ਸਕਦਾ ਹੈ, ਜਿਹੜਾ ਕੰਡਕਟਰ ਹੈ ਉਹਦਾ ਟੈਂਪਰੇਚਰ ਚੇਂਜ ਹੋ ਸਕਦਾ ਹੈ। ਟੈਂਪਰੇਚਰ ਰਾਈਜ਼ ਹੋਣ ਦੇ ਨਾਲ ਉਹਦੀਆਂ ਕੁਝ ਪ੍ਰੋਪਰਟੀਜ਼ ਵੀ ਕੀ ਹੈ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਟੈਂਪਰੇਚਰ ਦੇ ਚੇਂਜ ਹੋਣ ਦੇ ਨਾਲ ਰੈਜ਼ਿਸਟੈਂਸ, ਰੈਜ਼ਿਸਟਿਵਿਟੀ ਇਹ ਵੇਰੀ ਕਰਦੀਆਂ ਹਨ। ਸੋ ਟੈਂਪਰੇਚਰ ਦੇ ਚੇਂਜ ਹੋਣ ਦੇ ਨਾਲ ਉਹਦੀਆਂ ਪ੍ਰੋਪਰਟੀਜ਼ ਵੀ ਵੇਰੀ ਕਰ ਸਕਦੀਆਂ ਹਨ। ਸੋ ਮੋਸਟ ਆਫ ਦਾ ਟਾਈਮਸ ਕੀ ਹੈ, ਇਹ ਅਨਡਿਜ਼ਾਇਰੇਬਲ ਹੈ, ਆਪਾਂ ਨੂੰ ਇਹ ਚੀਜ਼ ਨਹੀਂ ਚਾਹੀਦੀ, ਲੇਕਿਨ ਸਟਿਲ ਫਿਰ ਵੀ ਕੀ ਹੈ, ਇਹਦੀਆਂ ਬਹੁਤ ਸਾਰੀਆਂ ਪ੍ਰੈਕਟੀਕਲ ਐਪਲੀਕੇਸ਼ਨਸ ਹਨ, ਆਪਾਂ ਆਪਣੇ ਘਰ ਦੇ ਵਿੱਚ ਹੀ ਦੇਖ ਸਕਦੇ ਹਾਂ। ਸੋ ਫਰਸਟਲੀ ਪ੍ਰੈਕਟੀਕਲ ਐਪਲੀਕੇਸ਼ਨਸ ਦੇ ਵਿੱਚ ਆਪਾਂ ਲਿਖ ਸਕਦੇ ਹਾਂ ਕਿ ਆਪਾਂ ਹਾਊਸ ਹੋਲਡ ਆਈਟਮਸ ਦੇ ਵਿੱਚ ਕਾਫੀ ਹਾਊਸ ਹੋਲਡ ਆਈਟਮਸ ਹਨ ਜਿੱਥੇ ਆਪਣਾ ਕੀ ਹੈ ਹੀਟਿੰਗ ਇਫੈਕਟ ਕੀ ਹੈ ਯੂਜ਼ ਹੁੰਦਾ ਹੈ। ਸੋ ਕਿਹੜੀਆਂ ਐਗਜ਼ਾਮਪਲਸ ਦੇ ਸਕਦੇ ਹਾਂ। ਵਨ ਇਜ਼ ਦ, ਅਗਰ ਕਿਚਨ ਦੀ ਗੱਲ ਕਰੀਏ, ਕਿਚਨ ਦੇ ਵਿੱਚ ਇਲੈਕਟ੍ਰਿਕ ਹੀਟਰ, ਇਲੈਕਟ੍ਰਿਕ ਅਵਨ, ਇਲੈਕਟ੍ਰਿਕ ਟੋਸਟਰ, ਇਹ ਸਾਰੇ ਕੀ ਹਨ, ਦੈਟ ਆਰ ਦੀ ਪ੍ਰੈਕਟੀਕਲ ਐਪਲੀਕੇਸ਼ਨਸ। ਸੋ ਆਪਾਂ ਐਪਲੀਕੇਸ਼ਨਸ ਦੇ ਵਿੱਚ ਦੇ ਸਕਦੇ ਹਾਂ ਇਲੈਕਟ੍ਰਿਕ ਕੇਟਲ, ਇਲੈਕਟ੍ਰਿਕ ਅਵਨ ਜਾਂ ਫਿਰ ਇਲੈਕਟ੍ਰਿਕ ਟੋਸਟਰ। ਉਸ ਤੋਂ ਇਲਾਵਾ ਹੋਰ ਐਗਜ਼ਾਮਪਲਸ ਆ ਸਕਦੀਆਂ ਹਨ ਜਿਵੇਂ ਕਿ ਇਲੈਕਟ੍ਰਿਕ ਪ੍ਰੈਸ, ਇਲੈਕਟ੍ਰਿਕ ਆਇਰਨ ਜਿਹਨੂੰ ਆਪਾਂ ਬੋਲਦੇ ਹਾਂ ਇਲੈਕਟ੍ਰਿਕ ਆਇਰਨ, ਜਾਂ ਫਿਰ ਇਲੈਕਟ੍ਰਿਕ ਹੀਟਰ ਵੀ ਆ ਸਕਦਾ ਹੈ। ਸੋ ਇਹ ਸਾਰੇ ਅਪਲਾਈਐਂਸਿਸ ਦੇ ਵਿੱਚ ਕਿਹੜਾ ਇਫੈਕਟ ਯੂਜ਼ ਹੋ ਰਿਹਾ ਹੈ, ਦੈਟ ਇਜ਼ ਦ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਇਸ ਤੋਂ ਇਲਾਵਾ ਅਗਰ ਆਪਾਂ ਹੋਰ ਗੱਲ ਕਰੀਏ ਕਿ ਜੋ ਇਲੈਕਟ੍ਰੀਕਲ ਹੀਟਿੰਗ ਹੈ ਉਹਦੇ ਹੋਰ ਕੀ ਯੂਜ਼ਸ ਹਨ। ਸੋ ਇਲੈਕਟ੍ਰੀਕਲ ਹੀਟਿੰਗ ਦੈਟ ਇਜ਼ ਆਲਸੋ ਯੂਜ਼ਡ ਟੂ ਪ੍ਰੋਡਿਊਸ ਲਾਈਟ। ਸੋ ਉਹਦੇ ਨਾਲ ਕੀ ਆਪਾਂ ਲਾਈਟ ਵੀ ਪ੍ਰੋਡਿਊਸ ਕਰਵਾ ਸਕਦੇ ਹਾਂ। ਅਗਰ ਆਪਾਂ ਐਗਜ਼ਾਮਪਲ ਲਈਏ ਇਲੈਕਟ੍ਰਿਕ ਬਲਬ ਦੀ, ਸੋ ਇਲੈਕਟ੍ਰਿਕ ਬਲਬ ਦੇ ਵਿੱਚ ਵੀ ਜਿਹੜਾ ਬੇਸਿਕ ਫਿਨੋਮੀਨਾ ਹੋ ਰਿਹਾ ਹੈ, ਕੀ ਹੋ ਰਿਹਾ ਹੈ, ਦੈਟ ਇਜ਼ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ, ਲੇਕਿਨ ਇਵੈਂਚੁਅਲੀ ਆਪਾਂ ਨੂੰ ਮਿਲ ਕੀ ਰਿਹਾ ਹੈ, ਉਹਦੇ ਵਿੱਚੋਂ ਲਾਈਟ ਮਿਲ ਰਹੀ ਹੈ। ਸੋ ਉਹਦੇ ਵਿੱਚ ਕੀ ਹੁੰਦਾ ਹੈ, ਜੋ ਫਿਲਾਮੈਂਟ ਹੁੰਦੀ ਹੈ, ਸੋ ਦੈਟ ਫਿਲਾਮੈਂਟ ਉਹ ਕੀ ਹੁੰਦੀ ਹੈ ਕਿ ਜੋ ਫਿਲਾਮੈਂਟ ਹੋਵੇ ਮੋਸਟ ਆਫ ਦਾ ਜਿਹੜੀ ਹੀਟ ਪ੍ਰੋਡਿਊਸ ਹੋ ਰਹੀ ਹੈ, ਜਿਵੇਂ ਕਰੰਟ ਪਾਸ ਕਰਵਾਇਆ ਆਪਾਂ, ਸੋ ਕਰੰਟ ਪਾਸ ਹੋਣ ਦੇ ਨਾਲ ਕੀ ਹੈ, ਹੀਟ ਪ੍ਰੋਡਿਊਸ ਹੋ ਰਹੀ ਹੈ। ਸੋ ਜਿਹੜੀ ਫਿਲਾਮੈਂਟ ਹੈ ਉਹ ਮੋਸਟ ਆਫ ਦਾ ਹੀਟ ਕੀ ਹੈ ਉਹ ਟਰੈਪ ਕਰਕੇ ਰੱਖੇ, ਸੋ ਆਪਣੇ ਕੋਲ ਰੱਖੇ। ਉਹਦੇ ਨਾਲ ਕੀ ਹੋਏਗਾ, ਜਿੰਨੀ ਜ਼ਿਆਦਾ ਉਹ ਟਰੈਪ ਕਰਕੇ ਰੱਖੇਗੀ ਹੀਟ, ਉਨਾ ਹੀ ਉਹਦਾ ਕੀ ਹੈ ਟੈਂਪਰੇਚਰ ਰਾਈਜ਼ ਹੋਏਗਾ, ਉਨਾ ਹੀ ਜ਼ਿਆਦਾ ਫਿਲਾਮੈਂਟ ਆਪਣਾ ਕੀ ਹੈ ਹੌਟ ਹੋਏਗਾ। ਹੌਟ ਹੋਣ ਦੇ ਨਾਲ ਹੀ ਕੀ ਹੈ ਉਹ ਲਾਈਟ ਇਮਿਟ ਕਰੇਗਾ। ਸੋ ਇਲੈਕਟ੍ਰਿਕ ਬਲਬ ਦੇ ਵਿੱਚ ਕੀ ਆਪਣਾ ਜਿਹੜਾ ਕਨਸੈਪਟ ਹੈ, ਜੋ ਫਿਨੋਮੀਨਾ ਹੈ, ਉਹ ਕਿਹੜਾ ਯੂਜ਼ ਹੋ ਰਿਹਾ ਹੈ, ਦੈਟ ਇਜ਼ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਸੋ ਜਿਹੜੀ ਆਪਾਂ ਫਿਲਾਮੈਂਟ ਦੀ ਗੱਲ ਕਰ ਰਹੇ ਹਾਂ, ਸੋ ਹਾਈ ਟੈਂਪਰੇਚਰ, ਬਿਕੋਜ਼ ਉਹਦੇ ਵਿੱਚ ਕੀ ਹੈ ਕਰੰਟ ਪਾਸ ਕਰਵਾ ਰਹੇ ਹਾਂ, ਹੀਟਿੰਗ ਹੋ ਰਹੀ ਹੈ, ਸੋ ਹੀਟਿੰਗ ਹੋਣ ਦੇ ਨਾਲ ਟੈਂਪਰੇਚਰ ਵੀ ਰਾਈਜ਼ ਹੋਏਗਾ, ਤਾਂ ਹੀ ਕੀ ਹੈ ਆਪਣੀ ਲਾਈਟ ਇਮਿਟ ਹੋ ਰਹੀ ਹੈ। ਸੋ ਜਿਹੜਾ ਫਿਲਾਮੈਂਟ ਦਾ ਮਟੀਰੀਅਲ ਹੈ ਉਹ ਕੀ ਹੈ, ਦੈਟ ਮਸਟ ਨਾਟ ਬਰਨ, ਮਤਲਬ ਉਹ ਕੀ ਹੈ ਜਲਣਾ ਨਹੀਂ ਚਾਹੀਦਾ ਇੰਨੇ ਜ਼ਿਆਦਾ ਹਾਈ ਟੈਂਪਰੇਚਰ 'ਤੇ। ਸੋ ਉਹ ਜੋ ਆਪਾਂ ਕੀ ਹੈ ਮੈਟਲ ਹੈ, ਇੱਕ ਸਪੈਸ਼ਲ ਮੈਟਲ ਕੀ ਹੈ ਉਹਦੇ ਲਈ ਚੂਜ਼ ਕੀਤਾ ਹੋਇਆ, ਦੈਟ ਮੈਟਲ ਇਜ਼ ਟੰਗਸਟਨ। ਸੋ ਆਪਾਂ ਟੰਗਸਟਨ ਨੂੰ ਯੂਜ਼ ਕਰਦੇ ਹਾਂ, ਦੈਟ ਇਜ਼ ਅ ਵੈਰੀ ਸਟਰੋਂਗ ਮੈਟਲ, ਪਲੱਸ ਇਹਦਾ ਜੋ ਮੈਲਟਿੰਗ ਪੁਆਇੰਟ ਹੁੰਦਾ ਹੈ ਦੈਟ ਇਜ਼ ਵੈਰੀ ਹਾਈ, ਮੀਨਸ ਕਿ ਟੈਂਪਰੇਚਰ ਰਾਈਜ਼ ਹੋਣ 'ਤੇ ਕੀ ਹੈ, ਥੋੜ੍ਹਾ ਜਿਹਾ ਟੈਂਪਰੇਚਰ ਰਾਈਜ਼ ਹੋਣ 'ਤੇ ਕੀ ਇਹ ਜਲਦੀ ਮੈਲਟ ਨਾ ਹੋਵੇ। ਸੋ ਟੰਗਸਟਨ ਇਜ਼ ਅ ਵੈਰੀ ਸਟਰੋਂਗ ਮੈਟਲ, ਪਲੱਸ ਇਟਸ ਮੈਲਟਿੰਗ ਪੁਆਇੰਟ ਇਜ਼ ਵੈਰੀ ਹਾਈ, ਔਰ ਇਹਨੂੰ ਆਪਾਂ ਯੂਜ਼ ਕਿੱਥੇ ਕਰਦੇ ਹਾਂ, ਫॉर ਮੇਕਿੰਗ ਦ ਟੰਗਸਟਨ ਇਜ਼ ਯੂਜ਼ਡ ਫॉर ਮੇਕਿੰਗ ਫਿਲਾਮੈਂਟਸ ਆਫ ਬਲਬਸ। ਸੋ ਟੰਗਸਟਨ ਨੂੰ ਆਪਾਂ ਯੂਜ਼ ਕਰਦੇ ਹਾਂ। ਵੈਸੇ ਬੇਸਿਕਲੀ ਮੈਂ ਪ੍ਰੈਕਟੀਕਲ ਐਪਲੀਕੇਸ਼ਨਸ ਲਿਖਣ ਜਾ ਰਹੀ ਸੀ, ਲੇਕਿਨ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕਿ ਇਹ ਪਹਿਲਾ ਪੁਆਇੰਟ ਲਿਖਿਆ ਹੈ। ਸੈਕਿੰਡ ਪੁਆਇੰਟ ਵਿੱਚ ਆਪਾਂ ਕੀ ਲਿਖਾਂਗੇ ਕਿ ਇਲੈਕਟ੍ਰੀਕਲ ਹੀਟਿੰਗ ਇਜ਼ ਆਲਸੋ ਯੂਜ਼ਡ ਟੂ ਪ੍ਰੋਡਿਊਸ ਲਾਈਟ। ਸੋ ਸੈਕਿੰਡ ਪੁਆਇੰਟ ਆਪਣਾ ਇਹ ਹੋਏਗਾ। ਹੁਣ ਮੈਂ ਸੈਕਿੰਡ ਪੁਆਇੰਟ ਨੂੰ ਐਕਸਪਲੇਨ ਕਰ ਰਹੀ ਸੀ, ਦੈਟ ਜੋ ਫਿਲਾਮੈਂਟ ਦਾ ਮਟੀਰੀਅਲ ਹੈ ਦੈਟ ਇਜ਼ ਮੇਡ ਅਪ ਆਫ ਟੰਗਸਟਨ। ਸੋ ਇਸ ਮੈਟਲ ਦਾ ਬਣਿਆ ਹੁੰਦਾ ਹੈ, ਪਲੱਸ ਜੋ ਫਿਲਾਮੈਂਟ ਹੈ ਉਹ ਵੀ ਕੀ ਹੈ, ਉਹਨੂੰ ਆਪਾਂ ਇੰਸੂਲੇਟ ਕਰਕੇ ਰੱਖਣਾ ਹੁੰਦਾ ਹੈ ਥਰੂ ਪ੍ਰੋਪਰ ਇੰਸੂਲੇਟਿੰਗ ਸਪੋਰਟ। ਇਸ ਤੋਂ ਇਲਾਵਾ ਜੋ ਬਲਬ ਹੈ ਉਹਦੇ ਵਿੱਚ ਆਪਾਂ ਗੈਸਿਸ ਯੂਜ਼ ਕਰਦੇ ਹਾਂ, ਇਨਐਕਟਿਵ ਗੈਸਿਸ, ਔਰ ਉਹ ਗੈਸਿਸ ਕਿਹੜੀਆਂ ਹੁੰਦੀਆਂ ਹਨ, ਨਾਈਟ੍ਰੋਜਨ ਐਂਡ ਆਰਗਨ ਗੈਸਿਸ। ਗੈਸਿਸ ਕਿਉਂ ਯੂਜ਼ ਕਰਦੇ ਹਾਂ, ਤਾਂ ਕਿ ਜੋ ਫਿਲਾਮੈਂਟ ਹੈ ਉਹਦੀ ਲਾਈਫ ਕੀ ਹੈ ਪ੍ਰੋਲੋਂਗ ਹੋ ਸਕੇ, ਮੀਨਸ ਉਹ ਜ਼ਿਆਦਾ ਟਾਈਮ ਤੱਕ ਕੀ ਹੈ ਕੰਮ ਕਰ ਸਕੇ। ਸੋ ਇਹਦੇ ਵਿੱਚ ਜਿਹੜਾ ਮੋਸਟ ਆਫ ਦੀ ਪਾਵਰ ਜਿਹੜੀ ਕੰਜ਼ਿਊਮ ਹੋ ਰਹੀ ਹੈ ਬਾਏ ਦਾ ਫਿਲਾਮੈਂਟ, ਉਹਦੇ ਵਿੱਚ ਮੋਸਟ ਆਫ ਦਾ ਪਾਵਰ ਕਿੱਧਰ ਯੂਜ਼ ਹੋ ਰਹੀ ਹੈ, ਫॉर ਪ੍ਰੋਡਿਊਸਿੰਗ ਦ ਹੀਟ, ਐਂਡ ਅ ਸਮॉल ਫ੍ਰੈਕਸ਼ਨ ਆਫ ਦੈਟ ਪਾਰਟ, ਛੋਟਾ ਜਿਹਾ ਪਾਰਟ ਉਸ ਪਾਵਰ ਦਾ ਕਿੱਧਰ ਯੂਜ਼ ਹੋ ਰਿਹਾ ਹੈ, ਫॉर ਦੀ ਪ੍ਰੋਡਕਸ਼ਨ ਆਫ ਲਾਈਟ। ਸੋ ਇਸ ਚੀਜ਼ ਦੇ ਵਿੱਚ ਮਤਲਬ ਜੋ ਸੈਕਿੰਡ ਪ੍ਰੈਕਟੀਕਲ ਐਪਲੀਕੇਸ਼ਨ ਮੈਂ ਦਿੱਤੀ ਹੈ ਦੈਟ ਇਜ਼ ਦ ਐਗਜ਼ਾਮਪਲ ਆਫ ਇਲੈਕਟ੍ਰਿਕ ਬਲਬ। ਉਹਦੇ ਵਿੱਚ ਕੀ ਹੈ ਜੂਲਸ ਇਫੈਕਟ ਜਾਂ ਫਿਰ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਯੂਜ਼ ਹੋਇਆ, ਪਲੱਸ ਹੀਟ ਦੇ ਥਰੂ ਹੀ ਕੀ ਹੈ ਉਹਦੇ ਵਿੱਚ ਆਪਣੀ ਲਾਈਟ ਦੀ ਇਮਿਸ਼ਨ ਹੋ ਰਹੀ ਹੈ। ਸੋ ਉਹ ਕੀ ਸੀ ਆਪਣੀ ਸੈਕਿੰਡ ਪ੍ਰੈਕਟੀਕਲ ਐਪਲੀਕੇਸ਼ਨ। ਮੈਂ ਇੱਥੇ ਲਿਖ ਵੀ ਦੇ ਰਹੀ ਹਾਂ, ਦੈਟ ਇਲੈਕਟ੍ਰੀਕਲ ਹੀਟਿੰਗ is also used in emission, लिख सकते हैं not actually producing light, in the emission of light, in the emission of light। so ये अपनी सेकेंड प्रैक्टिकल एप्लीकेशन है, ये जस्ट विच की है मैं डिस्कशन की है। एंड थर्ड प्रैक्टिकल एप्लीकेशन, थर्डली एक और बहुत इंपॉर्टेंट यूज़ है, दैट इज़
ਫਿਊਜ਼। ਸੋ ਇਲੈਕਟ੍ਰਿਕ ਸਰਕਟਸ ਦੇ ਵਿੱਚ ਕੀ ਹੈ, ਆਪਾਂ ਫਿਊਜ਼ ਯੂਜ਼ ਕਰਦੇ ਹਾਂ। ਉਹ ਵੀ ਕੀ ਹੈ, ਇੱਕ ਪ੍ਰੈਕਟੀਕਲ ਐਪਲੀਕੇਸ਼ਨ ਹੈ ਆਫ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ। ਸੋ ਦ ਯੂਜ਼ ਆਫ ਫਿਊਜ਼ ਇਲੈਕਟ੍ਰਿਕ ਸਰਕਟਸ। ਸੋ ਫਿਊਜ਼ ਕੀ ਹੈ, ਫਿਊਜ਼ ਬਾਰੇ ਤੁਸੀਂ ਕੀ ਹੈ ਪਹਿਲੇ ਵੀ ਆਈ ਥਿੰਕ ਸੁਣਿਆ ਹੋਵੇਗਾ। ਫਿਊਜ਼ ਇਲੈਕਟ੍ਰਿਕ ਸਰਕਟਸ ਮੀਨਸ ਆਪਣੇ ਘਰਾਂ ਦੇ ਵਿੱਚ ਕੀ ਹੈ, ਡੋਮੈਸਟਿਕ ਯੂਜ਼ ਦੇ ਵਿੱਚ ਆਪਾਂ ਫਿਊਜ਼ ਯੂਜ਼ ਕਰਦੇ ਹਾਂ। ਡਿਫਰੈਂਟ ਰੇਟਿੰਗ ਦੇ ਆਪਾਂ ਫਿਊਜ਼ ਯੂਜ਼ ਕਰਦੇ ਹਾਂ। ਫਿਊਜ਼ ਹੈ ਕੀ ਹੈ ਕਿ ਫਿਊਜ਼ ਜੋ ਅਪਲਾਇੰਸਿਸ ਨੇ ਆਪਣੇ, ਜਾਂ ਫਿਰ ਸਰਕਟ ਹੀ ਹੈ, ਸਰਕਟ ਨੂੰ ਬਚਾਉਂਦਾ ਹੈ ਜਾਂ ਅਪਲਾਇੰਸਿਸ ਨੂੰ ਬਚਾਉਂਦਾ ਹੈ ਜਦੋਂ ਬਾਈ ਚਾਂਸ ਕੋਈ ਜ਼ਿਆਦਾ ਅਮਾਊਂਟ ਆਫ ਕਰੰਟ ਫਲੋ ਕਰੇ ਥਰੂ ਦਾ ਸਰਕਟ। ਸੋ ਉਹਦੇ ਨਾਲ ਕੀ ਹੁੰਦਾ ਹੈ, ਬੇਸਿਕਲੀ ਫਿਊਜ਼ ਇੱਕ ਵਾਇਰ ਹੁੰਦੀ ਹੈ। ਸੋ ਫਿਊਜ਼ ਇਟ ਐਕਚੁਅਲੀ ਕੰਸਿਸਟ ਆਫ ਅ ਵੈਰੀ ਥਿਨ ਵਾਇਰ। ਉਹ ਜੋ ਵਾਇਰ ਹੈ ਉਹ ਕਿਸੇ ਮੈਟਲ ਦੀ ਹੋ ਸਕਦੀ ਹੈ ਜਾਂ ਫਿਰ ਕੋਈ ਅਲੋਏ ਹੋ ਸਕਦਾ ਹੈ, ਸੱਚ ਦੈਟ ਉਹਦਾ ਕੁਝ ਐਪਰੋਪਰੀਏਟ ਮੈਲਟਿੰਗ ਪੁਆਇੰਟ ਹੋਵੇ। ਸੋ ਇਟ ਮੇ ਬੀ, ਸੋ ਫਿਊਜ਼ ਕੀ ਹੈ, ਇਟ ਕੰਸਿਸਟ ਆਫ ਅ ਪੀਸ ਆਫ ਵਾਇਰ। ਉਹ ਕਿਸੇ ਮੈਟਲ ਦੀ ਵੀ ਬਣੀ ਹੋ ਸਕਦੀ ਹੈ ਜਾਂ ਫਿਰ ਕੋਈ ਅਲੋਏ ਹੋ ਸਕਦਾ ਹੈ। ਅਲੋਏ ਦੇ ਵਿੱਚ ਕੀ ਆਪਾਂ ਡਿਫਰੈਂਟ ਮੈਟਲਸ ਯੂਜ਼ ਕਰ ਸਕਦੇ ਹਾਂ, ਜਿਵੇਂ ਕਿ ਐਲੂਮੀਨੀਅਮ, ਕਾਪਰ, ਆਇਰਨ, ਲੈਡ। ਇਹ ਸਾਰੇ ਕੀ ਆਪਾਂ ਯੂਜ਼ ਕਰਕੇ ਜਾਂ ਤਾਂ ਅਲੋਏ ਯੂਜ਼ ਕਰ ਸਕਦੇ ਹਾਂ ਜਾਂ ਫਿਰ ਸਿੰਪਲੀ ਕੋਈ ਇੱਕ ਮੈਟਲ, ਸੱਚ ਦੈਟ ਉਹਦਾ ਕੀ ਹੈ ਕੁਝ ਐਪਰੋਪਰੀਏਟ ਟੈਂਪਰੇਚਰ ਹੋਵੇ। ਸੋ ਬਾਈ ਚਾਂਸ ਅਗਰ ਆਪਣੇ ਸਰਕਟ ਦੇ ਵਿੱਚੋਂ ਵੈਰੀ ਹਾਈ ਅਮਾਊਂਟ ਆਫ ਕਰੰਟ ਫਲੋ ਕਰੇ, ਦੈਨ ਉਹ ਕਰੰਟ ਫਲੋ ਕਰਨ ਦੇ ਨਾਲ ਕੀ ਹੈ, ਜਿਹੜੀ ਫਿਊਜ਼ ਵਾਇਰ ਹੈ ਉਹਦਾ ਟੈਂਪਰੇਚਰ ਰਾਈਜ਼ ਹੋਏਗਾ। ਟੈਂਪਰੇਚਰ ਰਾਈਜ਼ ਹੋਣ ਦੇ ਨਾਲ ਕੀ ਹੈ, ਉਹ ਬਰਨ ਹੋ ਜਾਏਗੀ। ਸੋ ਉੱਥੋਂ ਕੀ ਹੈ, ਆਪਣਾ ਜਿਹੜਾ ਸਰਕਟ ਹੈ ਪੂਰਾ ਉਹ ਕੀ ਹੈ, ਬ੍ਰੇਕ ਹੋ ਜਾਏਗਾ। ਬ੍ਰੇਕ ਹੋਣ ਦੇ ਨਾਲ ਕੀ ਹੈ, ਜਿਹੜਾ ਹਾਈ ਅਮਾਊਂਟ ਆਫ ਕਰੰਟ ਆ ਰਿਹਾ ਸੀ, ਜਿਹੜਾ ਫਲੋ ਅੱਗੇ ਜਾਣਾ ਸੀਗਾ, ਉਹ ਕੀ ਹੈ, ਉਹਦੇ ਨਾਲ ਸਟਾਪ ਹੋ ਜਾਏਗਾ। ਸੋ ਬੇਸਿਕਲੀ ਫਿਊਜ਼ ਦਾ ਬੇਸਿਕ ਪਰਪਸ ਕੀ ਹੈ, ਟੂ ਅਵੋਇਡ ਐਨੀ ਹਾਈ ਅਮਾਊਂਟ ਆਫ ਕਰੰਟ ਟੂ ਪਾਸ ਥਰੂ ਦਾ ਸਰਕਟ। ਔਰ ਜੋ ਫਿਊਜ਼ ਵਾਇਰ ਹੁੰਦੀ ਹੈ ਉਹਨੂੰ ਆਪਾਂ ਕੀ ਹੈ, ਜਨਰਲੀ ਇੱਕ ਕਾਰਟ੍ਰਿਜ ਬੋਲ ਦਿੰਦੇ ਹਾਂ, ਮੀਨਸ ਇੱਕ ਕੰਟੇਨਰ ਟਾਈਪ ਹੀ ਕਹਿ ਲਓ, ਕਾਰਟ੍ਰਿਜ ਹੁੰਦਾ ਹੈ, ਉਹਦੇ ਵਿੱਚ ਇਨਕੇਸ ਕਰਕੇ ਰੱਖਦੇ ਹਾਂ, ਉਹਦੇ ਵਿੱਚ ਇਹਨੂੰ ਪਲੇਸ ਕੀਤਾ ਹੁੰਦਾ ਹੈ। ਔਰ ਮਟੀਰੀਅਲ ਜੋ ਹੁੰਦਾ ਹੈ ਕਾਰਟ੍ਰਿਜ ਦਾ, ਦੈਟ ਇਜ਼ ਜਨਰਲੀ ਪੋਰਸਲਨ। ਮੇ ਵੀ ਤੁਸੀਂ ਦੇਖਿਆ ਵੀ ਹੋਏਗਾ ਆਪਣੇ ਘਰ ਪੋਰਸਲਨ, ਜਾਂ ਫਿਰ ਕੋਈ ਇੱਦਾਂ ਦਾ ਹੀ ਸੇਮ ਮਟੀਰੀਅਲ ਆਪਾਂ ਯੂਜ਼ ਕਰਦੇ ਹਾਂ ਵਿਦ ਮੈਟਲ ਐਂਡਸ। ਸੋ ਆਸ-ਪਾਸ ਕੀ ਹੈ, ਆਈ ਥਿੰਕ ਤੁਸੀਂ ਦੇਖਿਆ ਹੋਏਗਾ ਕਿ ਕਰੀਮ ਜੇ ਕਲਰ ਦਾ ਹੁੰਦਾ ਹੈ, ਇੱਕ ਕੰਟੇਨਰ ਜਿਹਾ ਹੁੰਦਾ ਹੈ, ਉਹਦੇ ਵਿੱਚ ਕੀ ਹੁੰਦੀ ਹੈ, ਆਪਣੀ ਵਾਇਰ ਹੁੰਦੀ ਹੈ ਜਿਹਨੂੰ ਕਿ ਆਪਾਂ ਫਿਊਜ਼ ਬੋਲਦੇ ਹਾਂ। ਜੋ ਮਤਲਬ ਉਹਦਾ ਕੰਮ ਕੀ ਹੈ, ਦੈਟ ਵਿਲ ਇਟ ਵਿਲ ਬ੍ਰੇਕ ਦ ਸਰਕਟ ਜਦੋਂ ਕੀ ਹੈ ਵੈਰੀ ਹਾਈ ਅਮਾਊਂਟ ਆਫ ਕਰੰਟ ਕੀ ਹੈ ਉਹਦੇ ਵਿੱਚੋਂ ਪਾਸ ਹੋਏਗਾ। ਸੋ ਫੋਰ ਐਗਜ਼ਾਮਪਲ ਅਗਰ ਆਪਾਂ ਗੱਲ ਕਰੀਏ ਇਲੈਕਟ੍ਰਿਕ ਪ੍ਰੈਸ ਦੀ ਜਾਂ ਇਲੈਕਟ੍ਰਿਕ ਆਇਰਨ ਦੀ। ਸੋ ਇਲੈਕਟ੍ਰਿਕ ਆਇਰਨ मान लो वो पावर कंज्यूम कर रही है, इट इज़ कंज्यूमिंग पावर 1 किलोवाट। सीधे यूनिट्स की आप हुणी गल करन वाले हैं कि किलोवाट की है। सो इलैक्ट्रिक आयरन है, मान लो अपने घर दे विच जो आप प्रेस यूज़ करते हैं, सपोज इट इज़ कंज्यूमिंग पावर 1 किलोवाट। और किन्ने वोल्ट रिएक्ट करेगी, दैट इज़ जो अपने घर दे विच सप्लाई आती है, दैट इज़ 220 वोल्ट। सो दैट इज़ पावर और दैट इज़ द वैल्यू ऑफ V। अगर करंट कैलकुलेट करिए, बिकॉज वी नो पावर इज इक्वल टू V इंटू I। सो इतों अगर करंट कैलकुलेट करिए, दैट विल बी P ओवर V। सो अपने को कितना आएगा, दैट इज़ 1 किलो वॉट नूं आपां 1000 वॉट लिखते हैं। किलो मीनस 1000 ओवर 220, then 2 1s 2, 2 1s 2, 2 5s 10, 2 0s 0। दैन इस तो बाद डिवाइड करन ते अपने कोल की आएगा। सो अपने कोल करंट आएगा एम्पीयर्स दे विच, दैट विल बी 11 4s 44, दैन 65s दैन 4.54 एम्पीयर। सो जो इलैक्ट्रिक आयरन है दैट इज़ कंज्यूमिंग पावर 1 किलोवाट और किन्ने वोल्टेज से एक्ट कर रही है 220 वोल्ट। दैन जो करंट पास होएगा सर्किट के थ्रू वो कितना होएगा 4.5 वोल्ट एम्पीयर। और जो अपने कोल फ्यूज़ होंदे हन दे आर जनरली रेटेड। सो किन्नी रेटिंग वाले फ्यूज़ यूज़ होंदे हन डोमैस्टिक पर्पसेस दे लई, दैट आर अबाउट 1 एम्पीयर, 2 एम्पीयर, 3 एम्पीयर, 5 एम्पीयर एंड 10 एम्पीयर। सो इन दिस केस जिथे अपने को सर्किट दे विच कितना करंट पास हो रहा है 4.54 एम्पीयर, दैन आपां किहड़ा फ्यूज़ यूज़ करांगे इन दैट सर्किट, वी विल यूज़ द फ्यूज़ जिहदी रेटिंग कितनी होएगी 5 एम्पीयर होएगी। सो ये की है जनरली मैं एग्जाम्पल दी कि दैट जो आप रेटिंग यूज़ करते हैं डोमैस्टिक पर्पसेस के लिए वो ए हैं। ए मीनस एम्पीयर है, 1 एम्पीयर 2 एम्पीयर मीनस अमाउंट ऑफ करंट मैंशन किया हुआ है। सो वो नाल ही एक एग्जाम्पल दी कि बाई चांस ये मान लो कि अपने को जो इलैक्ट्रिक आयरन है उस केस दे विच जो सर्किट के थ्रू करंट पास हो रहा है इन्ना है, दैन आप फ्यूज़ किहड़ा यूज़ करांगे, किन्नी रेटिंग का यूज़ करांगे, दैट इज़ 5 एम्पीयर। सो नैक्सट टॉपिक है इलैक्ट्रिक पावर।
ਇਲੈਕਟ੍ਰਿਕ ਪਾਰ। ਸੋ ਛੋਟੀਆਂ ਕਲਾਸਿਸ ਦੇ ਵਿੱਚ ਆਪਾਂ ਕੀ ਹੈ ਪੜ੍ਹਿਆ ਹੋਇਆ ਹੈ ਦ ਰੇਟ ਆਫ ਡੂਇੰਗ ਵਰਕ ਦੈਟ ਇਜ਼ ਕਾਲਡ ਪਾਰ। ਸੋ ਰੇਟ ਆਫ ਡੂਇੰਗ ਵਰਕ ਨੂੰ ਆਪਾਂ ਕੀ ਬੋਲਦੇ ਸੀ? ਰੇਟ ਆਫ ਡੂਇੰਗ ਵਰਕ ਦੈਟ ਇਜ਼ ਟਰਮਡ ਐਜ਼ ਪਾਰ। ਆਲਸੋ ਪਾਰ ਨੂੰ ਆਪਾਂ ਇਸ ਤਰ੍ਹਾਂ ਵੀ ਡਿਫਾਈਨ ਕਰ ਸਕਦੇ ਹਾਂ ਦੈਟ ਇਟ ਇਜ਼ ਦ rate of consumption of energy. So power can also be equal to rate of consumption of energy. So ਪਿੱਛੇ ਮੈਂ ਇੱਕ expression ਲਿਖਿਆ ਸੀ that was ਮੈਂ ਉੱਥੇ ਪਾਰ ਦੇ ਲਈ expression ਲਿਖਿਆ ਸੀ P is equal to that is equal to V into Q over T. ਸੋ ਜਦ ਆਪਾਂ ਗੱਲ ਕਰ ਰਹੇ ਸੀ ਹੀਟਿੰਗ ਇਫੈਕਟ ਆਫ ਇਲੈਕਟ੍ਰਿਕ ਕਰੰਟ ਦੀ ਆਪਣੇ ਕੋਲ ਐਕਸਪ੍ਰੈਸ਼ਨ ਸੀਗਾ P is equals to VQ over T. ਸੋ ਇਹ ਵੀ ਐਕਚੁਅਲੀ ਆਪਾਂ ਨੂੰ ਕੀ ਦੇ ਰਿਹਾ ਹੈ ਦੈਟ ਇਜ਼ ਵਰਕ ਡਨ ਓਵਰ ਕੀ ਹੈ ਟਾਈਮ। ਸੋ ਇਹ ਵੀ ਕੀ ਹੈ ਆਪਣੇ ਕੋਲ ਰੇਟ ਆਫ ਡੂਇੰਗ ਵਰਕ ਦੈਟ ਇਜ਼ ਪਾਰ। ਸੋ ਆਪਾਂ ਇਸੇ ਐਕਸਪ੍ਰੈਸ਼ਨ ਨੂੰ ਜੋ ਇਹੀ ਮੈਂ ਇੱਥੇ ਚੀਜ਼ ਲਿਖੀ ਹੈ P ਇਹਨੂੰ ਆਪਾਂ ਕੀ ਬੋਲਦੇ ਹਾਂ ਦੈਟ ਇਜ਼ ਇਲੈਕਟ੍ਰਿਕ ਪਾਰ। ਸੋ ਇਲੈਕਟ੍ਰਿਕ ਪਾਰ is equal to VQ by T ਜਾਂ ਫਿਰ is equal to करके मैं एक और expression लिखा सी that is electric power is also equal to V as it is और ਇਹਦੀ ਜਗ੍ਹਾ ਤੇ ਮੈਂ ਲਿਖਿਆ ਸੀ I. So electric power is equals to the potential difference across the ends of conductor into the amount of current flowing through the conductor. So ਇਹ ਆਪਣੇ ਕੋਲ ਕੀ ਹੈ electric power ਦਾ expression ਹੈ ਜੋ ਆਪਾਂ generally ਕੀ ਹੈ use ਕਰਦੇ ਹਾਂ। ਇਹਦੇ ਕੁਝ ਹੋਰ forms ਵੀ ਹਨ using Ohm's law। ਅਗਰ ਮੈਂ ਇਹਨੂੰ ਲਿਖਾਂ because V is equal to IR. So ਇੱਥੇ V ਦੀ ਜਗ੍ਹਾ ਅਗਰ ਮੈਂ substitute ਕਰਾਂ I into R into I, so electric power will become I square R. So ਇਹ ਕੀ ਹੈ second expression। ਇਸੇ ਤਰ੍ਹਾਂ ਇੱਕ ਹੋਰ expression ਕੀ ਹੈ electric power ਦੇ ਲਈ ਆਪਾਂ ਲਿਖ ਸਕਦੇ ਹਾਂ। third expression ਕੀ ਆਏਗਾ V as it is ਰੱਖੀਏ ਔਰ I ਨੂੰ substitute ਕਰ ਦਈਏ because Ohm's law ਦੇ ਵਿੱਚ ਆਪਾਂ ਨੂੰ ਪਤਾ ਹੈ Ohm's law ਕੀ ਹੈ V is equal to IR then ਇੱਥੋਂ ਦੀ I ਕਿੰਨਾ ਆਏਗਾ I will be equal to V by R. So अगर मैं इथे substitute करा I ਨੂੰ V over R then we will get electric power ਦਾ ਇੱਕ ਤੀਸਰਾ expression that is V square by R. So ਇਹ ਤਿੰਨੋਂ ਮੈਂ ਕਿਉਂ ਕਰਵਾਏ ਹਨ because generally ਜੋ numericals ਹਨ numericals ਦੇ ਵਿੱਚ ਕੀ ਹੈ ਤਿੰਨੋਂ ਹੀ ਯੂਜ਼ ਹੁੰਦੇ ਹਨ। ਸੋ ਡਿਪੈਂਡ ਕਰਦਾ ਹੈ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਕੀ ਹੈ ਪੋਟੈਂਸ਼ੀਅਲ ਡਿਫਰੈਂਸ ਔਰ ਕਰੰਟ ਦੀ ਗੱਲ ਕੀਤੀ ਹੈ ਦੈਨ ਆਪਾਂ ਪਾਰ ਇਸ ਤਰ੍ਹਾਂ ਕੈਲਕੂਲੇਟ ਕਰਾਂਗੇ। ਕਰੰਟ ਔਰ ਰੈਜ਼ਿਸਟੈਂਸ ਦੀ ਗੱਲ ਕੀਤੀ ਹੈ ਦੈਨ ਇਹ ਵਾਲਾ ਐਕਸਪ੍ਰੈਸ਼ਨ ਔਰ ਇਸੇ ਤਰ੍ਹਾਂ ਅਗਰ ਪੋਟੈਂਸ਼ੀਅਲ ਡਿਫਰੈਂਸ ਔਰ ਰੈਜ਼ਿਸਟੈਂਸ ਦੀ ਗੱਲ ਕੀਤੀ ਹੈ ਦੈਨ ਆਪਾਂ ਪਾਰ ਦਾ ਐਕਸਪ੍ਰੈਸ਼ਨ ਇਹ ਵਾਲਾ ਯੂਜ਼ ਕਰਾਂਗੇ। ਸੋ ਹੁਣ ਆਪਾਂ ਯੂਨਿਟਸ ਦੀ ਗੱਲ ਕਰੀਏ ਪਾਰ ਦੇ ਯੂਨਿਟਸ ਕੀ ਹੋਣਗੇ ਯੂਨਿਟਸ ਆਫ ਪਾਰ ਯੂਨਿਟ ਇਜ਼ ਵਾਟ। ਸੋ ਅਗਰ 1 ਵਾਟ ਨੂੰ ਡਿਫਾਈਨ ਕਰਨਾ ਹੋਵੇ ਇਸ ਐਕਸਪ੍ਰੈਸ਼ਨ ਦੇ ਥਰੂ then 1 watt ਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰਾਂਗੇ 1 watt ਕਿਸ ਤਰ੍ਹਾਂ ਆਏਗਾ because watt is the unit of power. so 1 watt ਕਦੋਂ ਹੋਏਗਾ ਜਦੋਂ ਆਪਾਂ ਇਹਨੂੰ ਔਰ ਇਹਨੂੰ ਦੋਨਾਂ ਨੂੰ ਕੀ ਹੈ 1 ਪੁੱਟ ਕਰੀਏ means 1 volt into 1 ampere so that is 1 volt ampere. so ਇੱਥੋਂ ਦੀ ਅਗਰ ਆਪਾਂ ਡਿਫਾਈਨ ਕਰਨਾ ਹੋਵੇ 1 watt ਨੂੰ then 1 watt ਕੀ ਆਏਗਾ that is 1 watt is the power that is consumed by the device. So मैं लिख रही हूँ 1 watt is the power that is consumed by the device which carries 1 ampere of current, 1 ampere of current having potential difference of so short which लिखा है potential difference of 1 volt across its end. so एक ही है 1 watt ਨੂੰ define ਕੀਤਾ ਹੈ 1 watt is the power ਕਿੰਨੀ ਪਾਵਰ ਹੈ ਜੋ ਕਿ ਕੰਜ਼ਿਊਮ ਕਰ ਰਿਹਾ ਹੈ ਡਿਵਾਈਸ ਕਿਸ ਕੰਡੀਸ਼ਨਸ ਕੰਜ਼ਿਊਮ ਕਰ ਰਿਹਾ ਹੈ ਜਦੋਂ ਕਿੰਨਾ ਕਰੰਟ ਪਾਸ ਕਰ ਰਿਹਾ ਹੈ ਉਹਦੇ ਥਰੂ 1 ਐਂਪੀਅਰ ਔਰ ਪੋਟੈਂਸ਼ੀਅਲ ਡਿਫਰੈਂਸ ਕਿੰਨਾ ਹੈ ਉਹਦੇ ਐਂਡਸ ਦੇ ਅਕ੍ਰੋਸ ਦੈਟ ਇਜ਼ 1 ਵੋਲਟ। ਸੋ ਇਹ ਹੋਗੀ 1 ਵਾਟ ਦੀ ਡੈਫੀਨੇਸ਼ਨ। ਸੋ ਵਾਟ ਤੋਂ ਬਾਅਦ ਜੋ ਜਨਰਲੀ ਵਾਟ ਕੀ ਹੈ ਦੈਟ ਇਜ਼ ਦ ਸਮਾਲ ਯੂਨਿਟ ਆਫ ਪਾਵਰ। ਆਪਾਂ ਜੋ ਆਮ ਤੌਰ ਤੇ ਬੇਸਿਕ ਆਪਣੀ ਆਮ ਲਾਈਫ ਦੀ ਗੱਲ ਕਰੀਏ ਜਾਂ ਫਿਰ ਕਮਰਸ਼ੀਅਲ ਪਰਪਸਿਸ ਦੀ ਗੱਲ ਕਰੀਏ ਦੈਨ ਆਪਾਂ ਕੀ ਹੈ ਇਸ ਦਾ ਵੱਡਾ ਯੂਨਿਟ ਯੂਜ਼ ਕਰਦੇ ਹਾਂ ਦੈਟ ਇਜ਼ ਦ ਕਿਲੋਵਾਟ। ਸੋ ਕਿਲੋਵਾਟ ਕੀ ਹੋਏਗਾ ਜਿਵੇਂ ਕਿ ਮੈਂ ਪਹਿਲੇ ਹੀ ਦੱਸਿਆ ਕਿਲੋ ਇਜ਼ 1000 ਟਾਈਮਸ। ਸੋ ਆਪਾਂ ਜਿਹੜਾ ਯੂਨਿਟ ਯੂਜ਼ ਕਰਦੇ ਹਾਂ ਦੈਟ ਇਜ਼ 1 ਕਿਲੋਵਾਟ ਐਂਡ 1 ਕਿਲੋਵਾਟ ਇਜ਼ ਇਕੁਅਲ ਟੂ 1000 ਵਾਟ।
ਸੋ ਕਮਰਸ਼ੀਅਲੀ ਯੂਜ਼ਡ ਯੂਨਿਟ ਆਪਣਾ ਕੀ ਹੈ, ਦੈਟ ਇਜ਼ 1 ਕਿਲੋਵਾਟ। ਇੱਕ ਚੀਜ਼ ਹੋਰ, ਸੋ ਜਿਵੇਂ ਕਿ ਆਪਾਂ ਹੁਣ ਪਾਵਰ ਦੇ ਯੂਨਿਟਸ ਡਿਫਾਈਨ ਕੀਤੇ, ਅਗਰ ਇਲੈਕਟ੍ਰੀਕਲ એનર્ਜੀ ਦਾ ਯੂਨਿਟ ਦੇਣਾ ਹੋਵੇ ਉੱਥੋਂ, ਇਲੈਕਟ੍ਰੀਕਲ એનર્ਜੀ that is given by power multiply by time। ਸੋ ਇਲੈਕਟ੍ਰੀਕਲ એનર્ਜੀ ਦਾ ਅਗਰ ਯੂਨਿਟ ਬਣਾਉਣਾ ਹੈ ਤਾਂ ਆਪਾਂ ਕਿੱਦਾਂ ਬਣਾ ਸਕਦੇ ਹਾਂ, ਯੂਨਿਟ ਆਫ ਪਾਵਰ ਇਨਟੂ ਯੂਨਿਟ ਆਫ ਟਾਈਮ। ਸੋ ਇਲੈਕਟ੍ਰੀਕਲ એનર્ਜੀ ਦਾ ਇੱਕ ਹੋਰ ਯੂਨਿਟ ਆਏਗਾ, ਦੈਟ ਵਿਲ ਬੀ ਇਕੁਅਲ ਟੂ, ਪਾਵਰ ਦਾ ਯੂਨਿਟ ਕੀ ਹੈ ਵਾਟ, ਇਨਟੂ ਟਾਈਮ ਦਾ ਆਪਾਂ ਯੂਨਿਟ ਲੈ ਰਹੇ ਹਾਂ ਇਸ ਟਾਈਮ ਆਰ। So we get a new unit for electrical energy, that is watt hour। So ਆਪਾਂ watt hour ਨੂੰ ਲਿਖਦੇ ਹਾਂ capital W small h। So electrical energy ਦਾ unit ਆ ਗਿਆ, that is watt hour, that is unit of electrical energy। So watt hour ਤੋਂ ਬਾਅਦ ਅਗੇਨ ਜਿਸ ਤਰ੍ਹਾਂ ਮੈਂ ਇੱਥੇ ਗੱਲ ਕੀਤੀ ਕਿ ਵਾਟ ਕੀ ਹੈ, ਛੋਟਾ ਯੂਨਿਟ ਹੈ, ਆਪਾਂ ਕਮਰਸ਼ੀਅਲ ਪਰਪਸਿਸ ਦੇ ਲਈ ਕੀ ਹੈ ਕਿਲੋਵਾਟ ਯੂਜ਼ ਕਰਦੇ ਹਾਂ। ਸਿਮਿਲਰਲੀ ਆਪਾਂ ਇਲੈਕਟ੍ਰੀਕਲ એનર્ਜੀ ਵੀ ਕੀ ਹੈ, ਉਹ ਵੀ ਕਿਲੋਵਾਟ ਆਰ ਦੇ ਵਿੱਚ ਡਿਫਾਈਨ ਕਰਦੇ ਹਾਂ। ਸੋ ਕਿਲੋਵਾਟ ਆਰ ਨੂੰ ਆਪਾਂ ਕਿੱਦਾਂ ਲਿਖਾਂਗੇ, ਸੋ ਕਿਲੋ ਦੇ ਲਈ ਕੇ ਛੋਟਾ, ਕਿਲੋ ਵਾਟ ਕੈਪੀਟਲ ਦੈਨ ਆਰ। ਸੋ ਇਹ ਕੀ ਹੈ 1 ਕਿਲੋਵਾਟ ਆਰ, ਦੈਟ ਇਜ਼ ਦ ਕਮਰਸ਼ੀਅਲ ਯੂਨਿਟ ਫॉर ਇਲੈਕਟ੍ਰੀਕਲ એનર્ਜੀ, इलेक्ट्रिकल एनर्जी। और अगर 1 किलोवाट आर ਨੂੰ ਖੋਲਣਾ ਹੋਵੇ, 1 किलोवाट आर that will be equal to 1 किलोवाट ਨੂੰ ਆਪਾਂ ਕਿੱਦਾਂ ਖੋਲਾਂਗੇ, किलोवाट means 1000 watt ਮਲਟੀਪਲਾਈ ਬਾय 1 ਆਰ ਦੇ ਵਿੱਚ ਸੈਕਿੰਡਸ ਕਿੰਨੇ ਹੁੰਦੇ ਹਨ, 1 ਘੰਟੇ 'ਚ 60 ਮਿੰਟ। ਤੇ ਤੁਹਾਨੂੰ ਪਤਾ ਹੋਏਗਾ 1 ਆਰ is 60 minutes। और अगर सेकेंड्स कन्वर्ट करना होवे दैन आप मिनट्स ਨੂੰ ਵੀ ਕੀ ਲਿਖਾਂਗੇ, 1 ਮਿੰਟ ਦੇ ਵਿੱਚ 60 ਸੈਕਿੰਡਸ, दैन 1 ਘੰਟੇ 'ਚ ਸੈਕਿੰਡਸ ਕਿੰਨੇ ਆ ਜਾਣਗੇ 3600 ਸੈਕਿੰਡਸ। ਸੋ ਇੱਥੇ ਮੈਂ 1 ਘੰਟੇ ਦੀ ਜਗ੍ਹਾ ਕੀ ਸਬਸਟੀਟਿਊਟ ਕਰ ਰਹੀ ਹਾਂ 3600। ਸੋ ਆਪਾਂ ਇਹਨੂੰ ਕੀ ਹੈ ਐਸਆਈ ਯੂਨਿਟਸ ਕਨਵਰਟ ਕਰ ਰਹੇ ਹਾਂ। ਐਸਆਈ ਯੂਨਿਟ એનર્ਜੀ ਦਾ ਕੀ ਹੈ ਜੂਲ। ਸੋ ਆਫਟਰ ਕਨਵਰਜਨ ਆਪਣੇ ਕੋਲ ਕੀ ਆ ਜਾਏਗਾ 36 into 10 raised to power 5। ਅਗਰ ਮੈਨੂੰ ਡੈਸੀਮਲਸ ਕਨਵਰਟ ਕਰਨਾ ਹੋਵੇ 3.6 ਮੀਨਸ 10 ਦੇ ਨਾਲ ਡਿਵਾਈਡ ਕੀਤਾ ਔਰ ਮਲਟੀਪਲਾਈ ਕੀਤਾ, ਜੋ ਡਿਵਾਈਡ ਕੀਤਾ ਉਹ ਪੁਆਇੰਟ ਲਗਾਤਾ, ਜੋ ਮਲਟੀਪਲਾਈ ਕੀਤਾ ਉਹਦੇ ਨਾਲ ਕੀ ਹੈ ਇੱਕ 0 ਹੋਰ ਇਨਕਰੀਜ਼ ਹੋ ਜਾਏਗੀ। ਸੋ 3.6 into 10 raised to power 6 ਨਾਲ ਕੀ ਹੈ ਵਾਟ ਸੈਕਿੰਡ, ਜਾਂ ਫਿਰ ਵਾਟ ਸੈਕਿੰਡ ਦੀ ਜਗ੍ਹਾ ਆਪਾਂ ਸਿੰਪਲੀ ਕੀ ਯੂਜ਼ ਕਰਾਂਗੇ ਦ ਯੂਨਿਟ ਆਫ એનર્ਜੀ ਦੈਟ ਇਜ਼ ਜੂਲ। ਸੋ ਇਹ ਮੈਂ ਕਨਵਰਜਨ ਕੀਤੀ ਹੈ ਬਿਟਵੀਨ ਕਮਰਸ਼ੀਅਲ ਯੂਨਿਟ ਆਫ ਇਲੈਕਟ੍ਰੀਕਲ એનર્ਜੀ ਔਰ ਸਿੰਪਲੀ ਜੋ ਆਪਾਂ એનર્ਜੀ ਦੀ ਗੱਲ ਕਰਦੇ ਹਾਂ ਦੈਟ ਇਜ਼ ਉਹਦਾ ਯੂਨਿਟ ਕੀ ਹੁੰਦਾ ਹੈ ਜੂਲ। ਸੋ ਇਹ ਰਿਲੇਸ਼ਨ ਹੈ ਬਿਟਵੀਨ 1 ਕਿਲੋਵਾਟ ਔਰ ਆਰ ਐਂਡ ਜੂਲ, ਦੈਟ ਇਜ਼ 1 ਕਿਲੋਵਾਟ ਆਰ ਦੇ ਵਿੱਚ ਕਿੰਨੇ ਜੂਲਸ ਹੁੰਦੇ ਹਨ, ਦੈਟ ਇਜ਼ 3.6 into 10 raised to power 6 ਜੂਲਸ। ਸੋ ਇਹ ਸਾਰੀ ਗੱਲਬਾਤ ਸੀ ਅਬਾਊਟ ਇਲੈਕਟ੍ਰਿਕ ਪਾਵਰ। ਸੋ ਇਲੈਕਟ੍ਰਿਕ ਪਾਵਰ ਦੇ ਵਿੱਚ 3 ਐਕਸਪ੍ਰੈਸ਼ਨਸ ਦੱਸੇ ਮੈਂ ਤੁਹਾਨੂੰ। ਸੋ ਐਕਸਪ੍ਰੈਸ਼ਨ ਕੀ ਸੀ, P is equals to V into I, then P is equals to V square by R, then also P is equals to ਇੱਕ ਸੀ I square R। मैं इतने दोबारा लिख देनी है, पावर इज V into I। सेकेंडली पावर आपने को आई सी दैट इज I square R, और थर्डली पावर इज इक्वल्स टू V square by R। इस तो बाद आप ਇਹਦੇ यूनिट्स की गल की, यूनिट है वाट। सो वाट ਨੂੰ 1 वाट ਨੂੰ डिफाइन किया, दैन 1 किलोवाट ਤੇ आए। सिमिलरली आप इलैक्ट्रिकल एनर्जी का एक यूनिट दिता दैट इज किलोवाट, दैन किलोवाट तो बाद की आप कमर्शियल यूनिट की गल की दैट इज 1 किलोवाट आर, और किलोवाट आर ਨੂੰ ਆਪਾਂ ਕੀ ਹੈ जूल ਦੇ ਨਾਲ ਕੀ ਹੈ रिलेट किया। सो इस तो बाद आप एक छोटा सा न्यूमेरिकल करिए। सो स्टेटमेंट है एन इलेक्ट्रिक बल्ब is connected to a 220 volt generator. The current is 0.50 ampere. What is the power of the bulb? Of the bulb. So numerical the statement given है आपा नु। So the electric bulb is connected to a 220 volt generator. So ਇਹਦੇ ਵਿੱਚ ਆਪਾਂ ਨੂੰ ਜੋ value given ਹੈ V, that is 220 volt. The current is
0.50 एम्पीयर करंट की वैल्यू दैट इज 0.50 एम्पीयर वट इज़ द पावर ऑफ द बल्ब सो जिमें कि आपां नूं पता है कि पावर का फॉर्मूला की है पावर P कैन बी रिटन एज V इंटू आई सो आप सिंपली की करांगे दोनों क्वांटिटीज़ नूं की करना है मल्टीप्लाई करन ते अपने कोल की आएगा पावर सो V की वैल्यू है 220 वोल्ट मल्टीप्लाई बाय 0.50 एम्पीयर सो कैलकुलेशंस करिए पॉइंट सो बाद विच दो डिजिट सीगे दो जीरोज़ एक जीरो नाल एक जीरो सिमिलरली आ वाली जीरो भी कैंसल सो अपने कोल की आ रहा है 22 इंटू 5 वोल्ट एम्पीयर सो वोल्ट एम्पीयर नूं आपां की बोलते हैं दैट इज़ वॉट सो मल्टीप्लाई करन ते अपने कोल आंसर आ रहा है 110 वॉट सो ये अपने कोल वैल्यू आई पावर दी सो जिमें कि मैं पहले ही दसिया सी कि अपने कोल पावर दे 3 एक्सप्रैशनस हैं सो डिपेंड करता है कि क्वेश्चन किस तरह गिवन है क्वेश्चन दे विच किहड़ियां चीज़ां गिवन हैं हुण जिवें इस क्वेश्चन दे विच आपां नूं V दी वैल्यू गिवन सी और I दी वैल्यू गिवन सी सो दैट इज़ वाई आपां पावर दा किहड़ा एक्सप्रैशन या किहड़ा फॉर्मूला यूज़ कीता दैट इज़ V इंटू आई सो सिंपली आपां की कीता दोनों नूं मल्टीप्लाई कीता और मल्टीप्लाई करन ते अपने कोल जो वैल्यू आ रही है दैट इज़ पावर और प्लस नाल उहदे यूनिट्स की होणगे दैट इज़ वॉट सो इहदे नाल की है ये फॉर्मूला सी सो एक न्यूमेरिकल सी जो रिलेट कर रहा है टू द पावर सो ये पावर का फॉर्मूला इत्थे यूज़ होने दे नाल सो इहदे नाल जिवें कि मैं पहला भी दसिया कि 2 या 3 काफ़ी तरह के न्यूमेरिकल्स बन सकते हैं डिपेंड करेगा कि इत्थे किहड़े आपां नूं की है वेरीएबल्स गिवन हैं सो इहदे नाल की है ऑलमोस्ट अपना चैप्टर की है इहदे नाल खत्म हो रहा है सो इस चैप्टर दे विच आपां रजिस्टर्स बारे गल कीती है ओम्स लॉ बारे गल कीती रेजिस्टेंस रेजिस्टिविटी तो होंदे होए उस तो बाद हीटिंग इफेक्ट ऑफ इलैक्ट्रिक करंट और स्टार्टिंग दे विच आपां कुछ बेसिक चीज़ां पढ़ियां सी दैट वाज इलैक्ट्रिक सर्किट इलैक्ट्रिक करंट पोटेंशियल डिफरेंस सो ये वाला चैप्टर ऑलमोस्ट इत्थे खत्म है सो बाकी दा काम हुण आपां अगले लेक्चर दे विच करांगे अज दे लई इन्ना ही थैंक यू